ਬਣਾਓ ਤੇ ਵੱਧ ਤੋਂ ਵੱਧ ਯੋਗਦਾਨ ਪਾਓ। ਜੇ ਤੁਹਾਨੂੰ ਪ੍ਰੈਜ਼ੈਂਟਿੰਗ ਦਾ ਸ਼ੌਕ ਹੈ ਤੇ ਸਾਡੇ ਨਾਲ ਸੰਪਰਕ ਕਰੋ। ਤੁਹਾਡਾ ਆਪਣਾ ਕਾਂਸ਼ੀ ਰੇਡੀਓ। ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਚੈਨਲ ਕਾਂਸ਼ੀ ਰੇਡੀਓ। ਦੋਸਤੋ ਹੁਣ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਸਾਡੀ ਵੈਬਸਾਈਟ www.kanchiradio.com ਤੇ ਆਨਲਾਈਨ ਹੋ ਕੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਫੇਸਬੁੱਕ ਤੇ ਲਾਈਵ ਵੀ ਦੇਖ ਸਕਦੇ ਹੋ। ਕਾਂਸ਼ੀ ਰੇਡੀਓ। ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਚੈਨਲ ਕਾਂਸ਼ੀ ਰੇਡੀਓ। ਦੋਸਤੋ ਮੈਂ ਜੇ.ਕੇ. ਚੰਦ ਇੱਕ ਵਾਰ ਫਿਰ ਮੈਂ ਪੇਸ਼ ਕਰਨ ਗਿਆ ਪ੍ਰੋਗਰਾਮ ਮੇਰਾ ਦੇਸ਼ ਮੇਰੇ ਲੋਕ। ਅੱਜ ਦੋਸਤੋ ਬਹੁਤ ਹੀ ਦਿਲਚਸਪੀ ਇੰਟਰਸਟਿੰਗ ਪ੍ਰੋਗਰਾਮ, ਖਾਸ ਪ੍ਰੋਗਰਾਮ ਮੈਂ ਪੇਸ਼ ਕਰਨ ਲੱਗਾ ਹੈ ਸਾਥੀਆਂ ਦੇ ਨਾਲ। ਹੈਡਿੰਗ ਹੈ ਪ੍ਰੋਗਰਾਮ ਦੀ ਡਾਊਨਫਾਲ ਆਫ ਬਹੁਜਨ ਸਮਾਜ ਪਾਰਟੀ। ਆਪਾਂ ਇਹ ਕਹਿ ਸਕਦੇ ਵੀ ਡਿਕਲਾਈਨ ਵੀ ਕਹਿ ਸਕਦੇ ਹਾਂ, ਗਿਰਾਵਟ ਵੀ ਕਹਿ ਸਕਦੇ ਹਾਂ। ਸੋ ਪਹਿਲਾਂ ਆਪਾਂ ਇੱਕ ਸ਼ੁਰੂ ਕਰੀਏ ਪ੍ਰੋਗਰਾਮ। ਇੱਕ ਪਹਿਲਾਂ ਮੈਂ ਮਿਸ਼ਨੀ ਗੀਤ ਤੁਹਾਨੂੰ ਸੁਣਾਉਂਗਾ, ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ। ਸਿੰਧੂ ਸਭਿਅਤਾ ਦੀ ਸ਼ਾਨ ਦੀਆਂ ਸਮਰਾਟ ਅਸ਼ੋਕ ਮਹਾਨ ਦੀਆਂ ਜੈ ਰਾਵਣ ਜੈ ਵਿਦਵਾਨ ਦੀਆਂ ਗੌਤਮ ਬੁੱਧ ਭਗਵਾਨ ਦੀਆਂ ਜਾਂ ਸਤਿਗੁਰੂ ਰਵਿਦਾਸ ਦੀਆਂ। ਮੇਰਾ ਬਾਪੂ ਦੱਸਦਾ ਗੱਲਾਂ ਸਾਡੇ ਭਾਰਤ ਦੇ ਇਤਿਹਾਸ ਦੀਆਂ। ਮੇਰਾ ਬਾਪੂ ਦੱਸਦਾ ਗੱਲਾਂ ਸਾਡੇ ਭਾਰਤ ਦੇ ਇਤਿਹਾਸ ਦੀਆਂ। ਇੱਕ ਲਵੇ ਆਦਤੀ ਦੀਆਂ ਸ਼ੰਭੂ ਕਾਸੀ ਨਚੀ ਦੀਆਂ ਪ੍ਰਦਤ ਤੇ ਅੰਤ ਖੀਰ ਦੀਆਂ ਜੈ ਨਾਨਕ ਤੇ ਕਬੀਰ ਦੀਆਂ ਗੁਰੂ ਬਾਣੀ ਦੇ ਅਹਿਸਾਸ ਦੀਆਂ। ਮੇਰਾ ਬਾਪੂ ਦੱਸਦਾ ਗੱਲਾਂ ਸਾਡੇ ਭਾਰਤ ਦੇ ਇਤਿਹਾਸ ਦੀਆਂ। ਮੇਰਾ ਬਾਪੂ ਦੱਸਦਾ ਗੱਲਾਂ ਸਾਡੇ ਭਾਰਤ ਦੇ ਇਤਿਹਾਸ ਦੀਆਂ। ਬੁੱਲੇ ਸ਼ਾਹ ਦਾਦੂ ਦਿਆਲ ਦੀਆਂ ਨਾਮ ਦੇ ਫਰੀਦ ਦੇ ਕਾਲ ਦੀਆਂ ਤੰਨਾ ਸਦਨਾ ਸੈਨ ਦੇ ਹਾਲ ਦੀਆਂ ਕਰ ਗਏ ਜਗਲਾ ਕਮਾਲ ਦੀਆਂ ਜਾਂ ਇਹਨਾਂ ਦੇ ਮਤ ਵਿਸ਼ਵਾਸ ਦੀਆਂ। ਮੇਰਾ ਬਾਪੂ ਦੱਸਦਾ ਗੱਲਾਂ ਸਾਡੇ ਭਾਰਤ ਦੇ ਇਤਿਹਾਸ ਦੀਆਂ। ਮੇਰਾ ਬਾਪੂ ਦੱਸਦਾ ਗੱਲਾਂ ਸਾਡੇ ਭਾਰਤ ਦੇ ਇਤਿਹਾਸ ਦੀਆਂ। ਹੁਣ ਇਤਿਹਾਸ ਵੱਲ ਦੇਖੀਏ ਕਿਉਂਕਿ ਇਹੀ ਖਾਸ ਪ੍ਰੋਗਰਾਮ ਮੇਰਾ ਦੇਸ਼ ਮੇਰੇ ਲੋਕ। ਅਸੀਂ 2 ਸਾਲ ਹੋ ਗਏ ਇਹੀ ਗੱਲਾਂ ਬਾਤਾਂ ਕਰਦੇ ਹਾਂ। ਸੋ ਅੱਜ ਮੌਕਾ ਮਿਲਿਆ ਇੱਕ ਵਾਰੀ ਫਿਰ ਇਹ ਲੋਕਡਾਊਨ ਤੋਂ ਬਾਅਦ। ਲੋਕਡਾਊਨ ਤਾਂ ਹੁਣ ਮੋਰ ਲੈਸ ਫਿਨਿਸ਼ ਹੋ ਗਿਆ। ਮੌਕਾ ਹੁਣ ਮਿਲਿਆ ਹੈ ਆਪਾਂ ਨੂੰ ਗੱਲਬਾਤ ਕਰਨ ਦਾ। ਸੋ ਅੱਜ ਦਾ ਟੌਪਿਕ ਇਹੀ ਮਿਲ ਜਾਂਦਾ ਹੈ ਕਿਉਂਕਿ ਇਲੈਕਸ਼ਨਸ ਜਿਹੜੇ ਹੈ ਇਹ ਪੰਜਾਬ ਵਿੱਚ ਵੀ ਆਉਣੇ ਮੋਰ ਲੈਸ ਡਨ। ਤੇ ਆਪਾਂ ਇਹ ਅੱਜ ਗੱਲਬਾਤ ਕਰਾਂਗੇ ਬਹੁਜਨ ਸਮਾਜ ਪਾਰਟੀ ਬਾਰੇ ਕਿਉਂਕਿ ਬਹੁਜਨ ਸਮਾਜ ਪਾਰਟੀ ਇਸ ਮੌਕੇ ਤੇ ਆਪਾਂ ਕਹਿ ਸਕਦੇ ਹਾਂ ਇਨ ਟੋਟਲ ਡਿਕਲਾਈਨ, ਇਹ ਡਾਊਨਫਾਲ, ਗਿਰ ਗਈ ਹੈ। ਸੋ ਇਹ ਕਿਸੇ ਹਿਸਾਬ ਨਾਲ ਕੀ ਹੋਇਆ ਕਿਉਂਕਿ ਜੋ ਕੁਛ ਆਪਾਂ ਕਰਦੇ ਹਾਂ ਜਿਹੜੇ ਅੰਗਰੇਜ਼ੀ ਵਿੱਚ ਫਿਗਰ ਸਪੀਚ, ਜੋ ਕੁਛ ਆਪਾਂ ਜੋ ਕਰਦੇ ਹਾਂ ਕਰੀ ਜਾਵਾਂਗੇ ਉਹ ਹੀ ਆਪਾਂ ਨੂੰ ਮਿਲਣਾ ਜੋ ਮਿਲੀ ਜਾਂਦਾ ਹੈ। We keep on doing what we're doing, we're going to keep on getting what we're getting. ਸੋ ਮੈਂ ਤੁਹਾਨੂੰ ਛੋਟਾ ਜਿਹਾ ਗ੍ਰਾਫ, ਮੈਂ ਛੋਟੇ ਜਿਹੇ ਚਾਰਟ ਤੁਹਾਨੂੰ ਪਹਿਲਾਂ ਸਿਖਾਉਂਦਾ। ਸੋ ਯੂ ਸੀ ਦ ਹੈਡਲਾਈਨ। ਸੋ ਆ ਮੈਂ ਚਾਰਟ ਸਾਡੇ ਸਾਹਮਣੇ ਰੱਖਦਾ। ਇਹ ਚਾਰਟ ਹਿਸਟਰੀ ਦੱਸਦੀ ਹੈ 1993 ਤੋਂ ਲਾ ਕੇ 2022 ਤੱਕ। ਐਵਰੀ 5 years ਜਿਹੜੇ ਇਲੈਕਸ਼ਨਸ ਹੁੰਦੇ ਆ ਉੱਥੇ ਵੋਟਾਂ ਪੈਂਦੀਆਂ। ਇਹ ਚਾਰਟ ਹੈ ਐਵਰੀ 25 ਸਾਲੀ ਦੱਸਦੇ ਵੀ ਕਿੰਨੀਆਂ ਸੀਟਾਂ ਜਿੱਤੀਆਂ ਸੀਗੀਆਂ BSP ਨੇ ਉੱਤਰ ਪ੍ਰਦੇਸ਼ ਵਿੱਚ, ਦ ਲੈਜਿਸਲੇਟਿਵ ਅਸੈਂਬਲੀ। ਸੋ 1993 ਦੇ ਵਿੱਚ 67 ਸੀਟਾਂ, 96 ਵਿੱਚ 67 ਸੀਟਾਂ, 2002 ਵਿੱਚ 98, ਫਿਰ ਬੱਲੇ ਬੱਲੇ 2007 ਦੇ ਵਿੱਚ ਜਾ ਕੇ 206।
every 5 years. So ਜੇ ਤਾਂ ਆਪਾਂ 2007 ਵਿੱਚ ਹੁੰਦੇ ਆਪਾਂ ਕਹਿੰਦੇ ਵਾਹ ਵੀ ਵਾਹ ਬਹੁਤ ਕਰ ਗਏ almost 50%, 403 ਸੀਟਾਂ ਦੇ ਵਿੱਚੋਂ 52 ਸੀਟਾਂ ਤਾਂ ਬੀਐਸਪੀ ਦੀਆਂ ਸੀਗੀਆਂ। ਪਰ if ਆਪਾਂ ਹੁਣ ਗੌਰ ਕਰੀਏ 15 ਸਾਲਾਂ ਦੇ ਵਿੱਚ ਟੋਟਲ ਡਿਕਲਾਈਨ 2012 ਦੇ ਵਿੱਚ 80, 2017 ਦੇ ਵਿੱਚ 19, ਇਸ ਸਾਲ ਸਿਰਫ ਤਾਂ ਸਿਰਫ ਇੱਕ ਸੀਟ ਰਹਿ ਗਈ। ਸੋ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ। ਜੇ ਆਪਾਂ ਪੰਜਾਬ ਵਿੱਚ ਦੀ ਗੱਲ ਕਰੀਏ, ਦੇਖੋ ਪੰਜਾਬ ਦੇ ਵਿੱਚ ਦਿਸ ਗੋਜ਼ ਬੈਕ, ਇਹ ਚਾਰਟ ਜਿਹੜਾ ਆ 1922 ਤੋਂ ਲਾ ਕੇ 1992 ਮਾਫ ਕਰਨਾ 92 ਤੋਂ ਲਾ ਕੇ 2022 ਤੱਕ ਜਿਹੜੀ ਹਿਸਟਰੀ ਹੈ ਆਲਾ 9 ਸੀਟ, 1 ਸੀਟ। ਸੋ ਐਕਚੁਅਲੀ ਪੰਜਾਬ ਦੇ ਵਿੱਚ ਕੋਈ ਹਿਸਟਰੀ ਹੈ ਨਹੀਂ ਬੀਐਸਪੀ ਦੀ ਇਨ ਟਰਮਸ ਆਫ ਜਿਹਦੀਆਂ ਜਿੱਤੀਆਂ ਸੀ। ਇਹਦੇ ਥਾਲੇ ਕੋਈ ਤੁਸੀਂ ਐਕਸਪਲੇਨੇਸ਼ਨ ਦੱਸ ਸਕਦੇ, ਤੁਹਾਡਾ ਕੋਈ ਵਿਚਾਰ ਹੈ ਵੀ ਇਹ ਕਿੱਦਾਂ ਹੋਇਆ ਤੇ ਕੀ ਹੋਇਆ? थैंक यू जेके साहब। सब तो पहला सबसे पहले मैं हिंदी जी बोलता है क्योंकि ये बच्चे हिंदी वाले ज्यादा है जी। तो सबसे पहले मैं उन सभी महानुभाव, उन्हें सभी रिस्पेक्टेड हमारे साथी जो कि हमारे साथ कांशी रेडियो के थ्रू जुड़े हुए हैं, सभी को जय गुरुदेव, धन गुरुदेव। आज जो हम आपके सामने आपके साथ डिस्कशन करने के लिए आए हैं, हमारा मेन मकसद है कि हमारा समाज कहाँ है, हम कहाँ हैं, क्या हम जिस गुलामी से आज़ादी से पहले हम गुजरे हैं और आज़ादी के बाद क्या वही गुलामी हमारे पास रहेगी? क्या हम उससे निजात पा सकते हैं या नहीं पा सकते हैं? हमें कुछ उम्मीद बंधी थी कि हमारे जो लोग हैं कुछ सप्ताह के अंदर राजनीति के अंदर अच्छे मुकाम पर पहुंचे हैं, और उसके मुकाम पर पहुंचने के बाद तुरंत ही वो डाउनफॉल क्यों हुआ? अभी आपको पता है कि पंजाब के अंदर 3 महीने के लिए, जिसको हम 111 दिन कहते हैं, 111 दिन के लिए हमारा जो पहला भारत वर्ष का आजाद होने के बाद पहला चीफ मिनिस्टर, उसको हम चाहे टेम्परेरी कहें चाहे हम कैसे भी कहें, 111 दिन के लिए चीफ मिनिस्टर बना था। हमें बड़ी उम्मीद बंधी थी कि अब जो कांशीराम, मान्यवर कांशीराम जी का स्वप्न था, जो उनका सपना था, वो साकार होने जा रहा है। तो उस चीफ मिनिस्टर चन्नी साहब को भी इन्होंने, दूसरे समाज के लोगों ने हर तरीके से कोशिश करी कि भी इनको टिकने नहीं देना है, इनको डाउन करना है। और पंजाब का जो इलेक्शन हुआ है और यूपी का जो इलेक्शन हुआ है, उसमें तो जो हमारी समाज की दुर्गति हुई है वो कहने के बाहर है। मान्यवर कांशीराम जी ने एक स्वप्न बनाया था, हमारे जो रेवोल्यूशनरी, हमारे जो पेरियर साहब हैं, डॉक्टर अंबेडकर साहब हैं, बाबू मंगूराम जी हैं और मान्यवर कांशीराम जी, इन सभी ने एक हमारे समाज को उच्च कोटि के ऊपर पहुंचाने के लिए बात करी थी। और वो चाहते थे कि हमारा समाज किसी तरीके से ऊपर उठे। हमें कुछ उम्मीद भी बंधी थी, हमें कुछ आशा भी हुई थी, हमें कुछ भरोसा भी हो गया था कि अब समय बदला है, जबकि हमारा चीफ मिनिस्टर एक पंजाब की गद्दी के ऊपर विराजमान हुआ है, तो आने वाला जो समय है वो बहुत ही अच्छा आएगा। हमें उम्मीद थी कि यूपी के अंदर भी हमारे साथ हमारे समाज के लोग अच्छे मुकाम पर पहुंचेंगे। जैसे अभी जेके साहब ने चार्ट दिखाया है और बात करी है, जो राइज एंड डाउनफॉल दोनों के ऊपर ही एक चार्ट बना है।
किस तरीके से मान्यवर कांशीराम जी ने मायावती जी को लाकर एक अच्छे समाज की रचना करी और अच्छे लोगों को उसके अंदर लेकर आए। पर क्या बात है, क्या कारण है कि आज हम एक अच्छे मुकाम पर पहुंचने के बाद हम नीचे गिर गए हैं? इसके ऊपर आज विचार करने के लिए हम यहाँ पर इकट्ठे हुए हैं। इसी के ऊपर हम आज विचार करेंगे। हमारे साथ अशोक साकेत जी जुड़े हुए हैं, जगदीश कौर जी लुधियाना से जुड़े हुए हैं, आगरा से दिनेश कुमार जी हैं, और फेसबुक के ऊपर बहुत से लोग जिनको कि मैं देख रहा हूं, बलजिंदर कुमार जी, कुलविंदर सिंह जी और सतपाल जी, अपने जफरुद्दीन जी जो कि गुरुग्राम से हैं, वो जुड़े हुए हैं। उन्होंने तो अनाउंसमेंट भी कर दिया है कि वो लोकसभा के इलेक्शन के लिए अपने समाज के लिए लड़ेंगे। हमें ऐसे वीरों की जरूरत है जो कि अपने समाज को ऊपर उठा के लेकर जाए और ऊपर जाए। तो हम चाहेंगे कि आज की जो डिस्कशन है कि हम किस मुकाम पे पहुंच के हम नीचे डाउन क्यों हुए हैं, डाउनफॉल क्यों आया है, इसके ऊपर ही हम आज बातचीत करेंगे। अभी जेके साहब ने चार्ट दिखाया है, उसमें हमारी जो पोजीशन है बहुजन समाज पार्टी की कहां पर है, कहां पर थी, वो भी एक किस्म से खत्म हो गई है। अभी राज्यसभा के करीब 73 मेंबर जो उनसे थे अभी रिटायर हुए हैं, उसमें भी हमारे बीएसपी के मेंबर थे, वो भी खत्म हो गए हैं। और इस वक्त जो सा आगे की हालात है वो बहुत ही खराब है, बहुत ही इस वक्त नजर नहीं आ रहा कुछ भी हमें। पंजाब का जो हालात है वो नजर आ रहे हैं, वो कहने वाली गल नहीं है। साडा जे आबादी देखी जाए 38% के करीब साडी आबादी जिन्हों ਅਸੀਂ ਆਪਣੇ कहने अपने इस वेले बीएसपी ਦੇ ਵਿੱਚ 1.78% आए है। ਇਹਦਾ मतलब कि सारे टुट गए। लीडरशिप ਦੀ ਕਿਤੇ ਨਾ ਕਿਤੇ ਕਮੀ ਰਹੀ है। हाँ यस, क्योंकि आह ਜਿਹੜਾ ਸਰਲ ਸਾਹਿਬ ਅੱਜ ਮੈਂ ਇਹ ਚਾਰਟ ਦੇ ਨਾਲ ਗੱਲ ਕਰ ਸਕਦਾ ਕਰਕੇ ਮੈਂ ਡੀਟੇਲ ਤਾਂ ਨਹੀਂ, ਕਿਉਂਕਿ ਇਹ ਮੈਂ ਕਹਿੰਦਾ ਅਸੀਂ ਬਾਹਰੋਂ ਦੇਖਣ ਦੇ ਅੰਦਰ ਨੂੰ, ਰਾਈਟ। ਇਹ ਹੀ ਹਮ ਝਾਤੀ ਮਾਰੀ ਆਹ 1992 ਤੋਂ ਲਾ ਕੇ 2022 ਤੱਕ, ਠੀਕ ਹੈ ਨਾ, ਕਿੰਨੇ 32 ਸਾਲ ਹੋ ਗਏ ਆ, 30 ਸਾਲ। ਇਹਦੇ ਵਿੱਚ ਆਪਣਾ ਕੋਈ ਪੋਜੀਸ਼ਨ ਨਹੀਂ ਹੈ ਵੀ ਨਹੀਂ ਸੀ, ਇਫ ਯੂ ਲੁੱਕ ਐਟ दैट, ਹਨਾ। नहीं बिल्कुल ठीक है भी नहीं सी। पर जे तुसी 1992 ਦੇ ਉੱਤੇ ਝਾਤੀ ਮਾਰੋ ਤਾਂ ਜਿਹੜੀ ਪਰਸੈਂਟੇਜ ਹੈ ਫਿਰ ਵੀ ਸਾਡੀ 16% ਸੀ, 16% ਨਜ਼ਰ ਆਉਂਦੀ ਹੈ। ਪਰ ਇਸ ਵੇਲੇ ਜੋ ਪਰਸੈਂਟੇਜ ਹੈ 1.52 ਹੈ। ਤਾਂ ਮਤਲਬ ਜੇ ਗਿਰਾਵਟ ਆਈ ਤਾਂ ਉਹਦਾ ਕਾਰਨ ਕੀ ਹੈਗਾ, ਇਹੀ ਤਾਂ ਸੋਚਣ ਵਾਲੀ ਗੱਲ ਹੈਗੀ ਆ। ਹਾਂਜੀ ਬਿਲਕੁਲ ਸਹੀ। ਕਾਰਨ ਇਹੀ ਹੈ ਕਿ ਸਾਡਾ ਜਿਹੜਾ ਜਿਸ ਚੀਜ਼ ਦੇ ਉੱਤੇ ਸਾਡਾ ਬਹੁਜਨ ਸਮਾਜ ਪਾਰਟੀ ਚੱਲੀ ਸੀਗੀ ਉਹ ਹੀ ਮਤਲਬ ਖਤਮ ਹੋ ਗਈ ਹੈਗੀ ਹੈ। ਇਹਦੇ ਜਿਹੜੇ ਬੰਦੇ ਸੀਗੇ, ਜਿਹੜੇ ਕਿ ਮਾਨਯਵਰ ਕਾਂਸ਼ੀਰਾਮ ਜੀ ਨੇ ਕਿਹਾ ਸੀਗਾ ਕਿ ਇਹ ਜਿਹੜੇ ਤੁਸੀਂ ਕਿਸੇ ਦੂਸਰੇ ਨਾਲ ਕਿਸੇ ਵੀ ਹਾਲਾਤ ਦੇ ਵਿੱਚ ਸਮਝੌਤਾ ਨਹੀਂ ਕਰਨਾ, और ये समझौता करोगे तो तुसी मार खाओगे जी। पर मायावती ने समझौता कर दिता और ਜਿਹੜੇ ਆਪਣੇ ਬੰਦੇ ਸੀਗੇ, ਜਿਹੜੇ ਆਪਣੇ ਬੰਦੇ ਪੰਜਾਬ ਨੂੰ ਚਲਾਣਾ ਚਾਹੁੰਦੇ ਸੀਗੇ, ਉਹਨਾਂ ਨੂੰ ਹੌਲੀ-ਹੌਲੀ ਕਰਕੇ ਇਹਨਾਂ ਨੇ ਪਾਰਟੀ ਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ और ਦੂਸਰਿਆਂ ਨਾਲ ਸਮਝੌਤਾ ਕਰ ਦਿੱਤਾ। और ਇਸ ਕਰਕੇ ਉਹ ਹਾਵੀ ਹੋ ਗਏ और बीएसपी ਨੂੰ ਜਿਹੜੇ ਦੂਸਰੇ ਸੀਗੇ ਉਹਨਾਂ ਨੇ ਹਾਈਜੈਕ ਕਰ ਲਿਆ। ਸਰਲ ਸਾਹਿਬ ਸਤਿਕਾਰਯੋਗ ਕਾਉਂਸਲਰ ਕਵੈਂਟਰੀ ਤੋਂ ਰਾਮ ਲਾਖਾ ਉਹਦੇ ਵਿਚਾਰ ਇੰਟਰਸਟਿੰਗ ਹੈ। ਉਹ ਕਹਿੰਦੇ ਵੀ ਗੁੱਡ ਇਨ ਡੀਟੇਲ ਇਨਫੋਰਮੇਸ਼ਨ ਫਰਮ ਅਸ਼ੋਕ ਜੀ, ਕਹਿੰਦੇ ਵਧੀਆ ਇਨਫੋਰਮੇਸ਼ਨ। ਫਿਰ ਕਹਿੰਦੇ ਉਹ ਜਿਹੜੇ ਪੰਜਾਬ ਅਲਾਇੰਸ ਸੀਗਾ ਅਕਾਲੀ ਪਾਰਟੀ ਦੇ ਨਾਲ, ਕਹਿੰਦੇ ਉਹ ਬਹੁਤ ਗਲਤੀ ਸੀ, ਬਿਗ ਮਿਸਟੇਕ। ਕੀ ਕਿਹਾ? ਨਹੀਂ, ਉਹ ਤਾਂ ਉਸ ਵੇਲੇ ਨਜ਼ਰ ਹੀ ਆ ਰਿਹਾ ਸੀ, ਜਿਸ ਵੇਲੇ ਅਲਾਇੰਸ ਕੀਤਾ ਸੀਗਾ ਉਸੇ ਵੇਲੇ ਨਜ਼ਰ ਆ ਰਿਹਾ ਸੀਗਾ ਕਿ ਉਸੇ ਵੇਲੇ ਅਸੀਂ ਉਸੇ ਵਕਤ ਬੋਲ ਦਿੱਤਾ ਸੀਗਾ ਕਿ ਜਿਹੜਾ ਅਲਾਇੰਸ ਹੈ ਬਿਲਕੁਲ ਗਲਤ ਕੀਤਾ ਗਿਆ ਹੈਗਾ। ਔਰ ਅਕਾਲੀਆਂ ਨੇ ਜਿਹੜੇ ਸੀਟਾਂ ਜਿਹੜੀਆਂ ਬਹੁਜਨ ਸੀਟਾਂ ਸੀਗੀਆਂ, ਬਹੁਜਨ ਜਿੱਥੇ ਲੋਕ ਰਹਿੰਦੇ ਸੀਗੇ, ਉਹਨਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ। ਔਰ ਜਿਹੜੇ ਜਾਣ ਬੁੱਝ ਕੇ ਜਿੱਥੇ ਬਹੁਜਨ ਘੱਟ ਆਬਾਦੀ ਸੀ ਉੱਥੇ ਇਹਨਾਂ ਨੇ ਬੀਐਸਪੀ ਦੇ ਕੈਂਡੀਡੇਟ ਖੜੇ ਕੀਤੇ। ਇਹ ਤਾਂ ਸ਼ਰੇਆਮ ਸੀਗਾ, ਸ਼ਰੇਆਮ ਪਤਾ ਲੱਗ ਰਿਹਾ ਸੀਗਾ। ਤਾਂ ਇੱਕ ਸੀਟ ਸਿਰਫ ਜਿੱਤੀ ਹੈਗੀ ਹੈ ਉਹ ਨਵਾਂ ਸ਼ਹਿਰ ਦੀ,
ਯੈਸ ਹੁਣੇ ਮਤਲਬ ਤੁਹਾਨੂੰ ਸਭ ਨੂੰ ਪਤਾ ਵੀ ਲੱਗ ਗਿਆ ਹੋਵੇਗਾ, ਸਾਡੇ ਜਿਹੜੇ ਜਿਹਨੂੰ ਅਸੀਂ ਲਾਇਨ ਆਫ ਬੱਬਰ ਸ਼ੇਰ ਪੰਜਾਬ ਦੇ ਕਹਿੰਦੇ ਸੀ, ਸ਼ਿੰਗਾਰਾ ਰਾਮ ਸੋਂਗੜਾ ਜੀ, ਯੈਸ ਉਹਨਾਂ ਦੀ ਵੀ ਡੈਥ ਹੋ ਗਈ ਹੈ, ਹੁਣੇ ਹੀ ਡੈਥ ਹੋਈ ਹੈ। ਮੈਂ ਅੱਜ ਹੀ ਉਹਨਾਂ ਦਾ ਮਤਲਬ ਦੇਖ ਰਿਹਾ ਸੀ ਸਾਰਾ, ਤਾਂ 17 ਤਰੀਕ ਨੂੰ 17 ਅਪ੍ਰੈਲ ਨੂੰ ਉਹਨਾਂ ਦੀ ਕਿਰਿਆ ਹੈਗੀ ਹੈ। ਮਤਲਬ ਉਹ ਇੱਕ ਕਿਸਮ ਦੇ ਉਹਨਾਂ ਦੇ ਉੱਤੋਂ ਲੋਕ ਡਰਦੇ ਸੀਗੇ। ਜੇ ਤੁਸੀਂ ਉਹਨਾਂ ਦੀ ਸੰਸਕਾਰ ਦੇ ਉੱਤੇ ਬੰਦਾ ਦੇਖੇ, ਉੱਥੇ ਲੱਖਾਂ ਦੀ ਆਵਾਜ਼ ਦੀ ਨਜ਼ਰ ਆ ਰਹੀ ਸੀ, ਲੱਖਾਂ ਦੇ ਵਿੱਚ ਵੀ ਆ ਰਹੇ ਸੀ, ਪਰ ਉੱਥੇ ਵੀ ਰਾਜਨੀਤੀ ਹੋ ਰਹੀ ਸੀ। ਤਾਂ ਸਾਨੂੰ ਜੇ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ, ਜੇ ਆਪਣੇ ਸਮਾਜ ਨੂੰ ਅਸੀਂ ਭਲਾ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਮਾਂ ਕਿ ਆਪਣੇ ਸਮਾਜ ਨੂੰ ਕਿਸ ਤਰੀਕੇ ਨਾਲ ਉੱਪਰ ਉਠਾਣਾ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਵੈਰੀ ਇੰਟਰਸਟਿੰਗ। ਸੋ ਰੋਹਿਤ ਚੁੰਬਰ ਵੀ ਕਮੈਂਟ ਕਹਿੰਦਾ, ਉਹ ਕਹਿੰਦਾ ਵੀ ਵੀ ਨੀਡ ਅ ਚੇਂਜ ਇਨ ਲੀਡਰਸ਼ਿਪ, ਇਟਸ ਟਾਈਮ ਸ਼ੀ ਸਟੈਪਸ ਡਾਊਨ। ਮੇਰੇ ਖਿਆਲ ਸਟੈਪ ਡਾਊਨ ਤਾਂ ਹੋ ਗਈ ਹੈ। ਤਵੀਰ ਧਨੀਰਾਮ ਸ਼ੁਕਲਾ ਜੀ ਕਹਿੰਦੇ ਹੈ ਕੋਈ ਡੈਮੋਕ੍ਰੇਸੀ ਹੈ ਨਹੀਂ ਬੀਐਸਪੀ ਦੇ ਅੰਦਰ, ਇੰਸਟੈਂਟ ਜਿਹੜੀ ਡੈਮੋਕ੍ਰੈਟਿਕ ਸਟਾਈਲ, ਇੰਸਟੈਂਟ ਆਟੋਕ੍ਰੈਟਿਕ ਸਟਾਈਲ ਹੈ ਮਾਇਆਵਤੀ ਜੀ ਦਾ। ਇਹ ਮੇਨ ਰੀਜ਼ਨ ਦੱਸਦਾ ਵੀ ਉਹ ਡਿਕਲਾਈਨ ਹੋਈ ਆ, ਕਿਉਂਕਿ ਉਹ ਜਿੱਦਾਂ ਡਿਕਟੇਟਰਸ਼ਿਪ ਆਉਂਦੀ ਪਾਰਟੀ ਦੇ ਵਿੱਚ। ਫਿਰ ਕਹਿੰਦਾ ਸੈਕੰਡਲੀ ਬੀਐਸਪੀ ਡੂ ਨਾਟ ਗਿਵ ਮੈਂਬਰਸ਼ਿਪ ਟੂ ਕਾਮਨ ਮੈਨ, ਆਮ ਆਦਮੀ ਨੂੰ ਮੈਂਬਰਸ਼ਿਪ ਨਹੀਂ ਮਿਲਦੇ, ਉਹਨਾਂ ਨੂੰ ਦੂਰ ਦੂਰ ਰੱਖਦੇ ਆ। ਤੀਸਰੀ ਆਹ ਰਸਤਾ ਆ ਵੀ ਮਾਇਆਵਤੀ ਡਜ਼ ਨਾਟ ਟੂਰ ਐਵਰੀ ਸਟੇਟ, ਫ੍ਰੀਕੁਐਂਟਲੀ ਰਿਲਾਈਜ਼ ਅਪਨ ਸਾਈਕੋਫਨ, ਮਤਲਬ ਚਮਚਿਆਂ ਨੂੰ ਆਪ ਭੇਜਦੇ, ਆਪ ਨਹੀਂ ਗਾਂਹ ਜਾਂਦੇ ਦੇਖਣ ਕਮਿਊਨਿਟੀ ਦੇ ਵਿੱਚ। ਹੁਣ ਇਹ ਜੋਗੀ ਦਿੱਤੇ ਮੈਨੂੰ ਪਤਾ ਲੱਗਦਾ ਉਹ ਆਪ ਕੱਲੇ 10th ਸਟੇਟਾਂ ਦੇ ਵਿੱਚ ਗਿਆ ਸੀਗਾ, ਰਾਈਟ। ਜੇ ਹੁਣ ਆਮ ਜਿਹੜਾ ਮੋਰੇ ਲੀਡਰ ਆ ਉਹ ਨਜ਼ਰ ਨਹੀਂ ਆਉਂਦਾ, ਫਿਰ ਉਹ ਧਿਆਨ ਲੋਕਾਂ ਦਾ ਹੋਰ ਪਾਸੇ ਚੱਲਣ ਲੱਗ ਪੈਂਦਾ। ਕੀ ख्याल? नहीं, बिल्कुल ठीक है, आप बिल्कुल ठीक कह रहे हो। देखो, हमारी जो बात है इस वक्त, जिस वक्त हमने ये कार्य शुरू किया, जिस वक्त मुझे दिल्ली, पंजाब और हिमाचल प्रदेश दिया गया मुझे कि आप इसके ऊपर अपने बहुजन समाज के ऊपर काम करो, तो मुझे बहुजन समाज पार्टी की तरफ से भी कई संदेश प्राप्त हुए। वो कहते आपको जो पोस्ट चाहिए वो ले लो। मुझे दूसरे जो भीम आर्मी है, भीम आर्मी से भी मेरे पास संदेश आए कि आपको जो भी आपको पोस्ट चाहिए हम आपको पोस्ट देने के लिए तैयार हैं। पर बात यहाँ पर पोस्ट की नहीं है, बात है कि हमारा समाज कौन सा है, हम हमारे समाज का भला क्या कर सकते हैं। पोस्ट तो अपने लिए हुई ना, वो समाज के लिए तो कुछ नहीं हुआ। हमें पोस्ट की इस वक्त जरूरत नहीं है, हमें जरूरत है कि अपने समाज का भला कैसे करना है, उसके ऊपर चलना है। मैं आपको ये बताना चाहता हूँ कि पंजाब में जो इस वक्त गठबंधन किया था बहुजन समाज पार्टी ने अकाली दल के साथ, ये 26 साल के बाद हाथ मिलाया था मुझसे, 26 साल के बाद हाथ मिलाया था। और 1996 में भी इनका गठबंधन था, जबकि इन्होंने 13 सीटों के ऊपर इलेक्शन लड़ा था और 11 सीटें इन्होंने जीती थी। पर उसके बाद ये गठबंधन की सरकार थी, गठबंधन में ये पहुंचे थे कि इनके मेंबर वगैरह आए। मैं आपको एक और बात बताना चाहता हूँ, हमारे हरभजन सिंह लाखा जी, वो भी बीएसपी पंजाब से थे, मायावती के साथ ही थे, उन्हीं के साथ थे। धीरे धीरे मायावती ने जब ये देखा कि ये लोग जो से हैं ये मुझे दबा सकते हैं, नुकसान पहुंचा सकते हैं, धीरे धीरे उन्होंने उनको निकालना शुरू कर दिया। ये बहुत लंबी कहानी है, हमको थोड़े ही समय में इसको खत्म करना, अगर जरूरत हुई तो फिर हम इसको दूसरे रो में दूसरे तरीके से हम उसको आगे लेकर आएंगे। प्रश्न उठता है कि हम उठे तो कैसे उठे। हम तो शिखर के ऊपर पहुंचते पहुंचते धरातल के ऊपर आ गए, नीचे आ गए। हम कैसे ऊपर जा सकते हैं? इसी विकल्प को ढूंढने के लिए हम आज बात कर रहे हैं, हम विचार कर रहे हैं कि किस तरीके से हमारा समाज ऊपर उठ सकता है। तो इसी के ऊपर हम चर्चा कर रहे हैं। ਜੇਕਰ ਸਾਹਿਬ ਅਸ਼ਵਨੀ ਜੀ ਦੇ ਕੁਝ ਪੁਆਇੰਟ ਸੀਗੇ ਜਿਹੜੇ ਕਿ ਉਸ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਚਲੋ ਠੀਕ ਹੈ, ਕਿਉਂਕਿ ਉਹ ਜਿਹੜੇ ਪੁਆਇੰਟ ਹੈ ਇਹ ਚਾਰਟ ਨੂੰ ਜਰਾ ਇੱਕ ਪਾਸੇ ਕਰ ਦਿਓ ਜਰਾ, ਤਾਂ ਉਹ ਜਿਹੜੇ ਪੁਆਇੰਟ ਹੈਗੇ ਆ ਉਹਨਾਂ ਨੂੰ ਬਹੁਤ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਉਹਨਾਂ ਪੁਆਇੰਟਾਂ ਨੂੰ ਅਸੀਂ ਕਲੀਅਰ ਨਹੀਂ ਕਰਾਂਗੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ ਹੈਗੇ।
ਹੁਣ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਵੀ ਉਹ ਕੀ ਕਾਰਨ ਹੈਗੇ ਆ ਕਿ ਦੋ ਆਪਣੇ ਪੀਕ ਦੇ ਉੱਤੇ ਬੀਐਸਪੀ ਪਹੁੰਚ ਕੇ ਇੱਕਦਮ ਡਾਊਨ ਹੋ ਗਈ। ਮੇਰੇ ਖਿਆਲ ਇੱਕਦਮ ਤਾਂ ਨਹੀਂ ਹੋਈ, 15-20 ਸਾਲ ਲੱਗ ਗਏ ਉਹਨੂੰ, ਇੱਕਦਮ ਤਾਂ ਨਹੀਂ ਹੋਈ ਹੋਈ, पर डे बाई डे जेड़ा है, डे बाई डे जोन सा है वो ग्राफ नीचे आता गया एक पीक पे पहुंचने के बाद, और वो इतना नीचे आ गया कि वो 0 पे आ गया। जी। आज की जो पोजीशन है, क्योंकि मैं इनको बहुत देर से जानता हूँ, अश्विनी जी को हिमाचल से ये हैं और अपने समाज के लिए बहुत काम करते हैं, हम मिले भी हैं, हमने डिस्कशन भी करी है कई दफा। जी जी। तो देखो काशी राम जी का मैं इनके एक दो बातों को है जो क्लियर करना चाहता हूँ। एक तो विकल्प के बारे में बोला कि इन्होंने कहा कि विकल्प ढूंढना नहीं है, विकल्प बनना है। मैं इनका धन्यवाद करता हूँ कि इन्होंने बहुत ही जो इम्पोर्टेंट चीज है, बहुत ही इम्पोर्टेंट बात कही है कि हम ढूंढना नहीं है, हमको उस स्थिति में आना है कि हम खुद विकल्प बने। बहुत ही अच्छी बात है, बहुत अच्छी बात है। काशीराम जी कहते थे कि हमको जंग जीतनी है। जंग किससे जीतनी है? उन लोगों से जिन्होंने हमको सदियों से दबाया हुआ है। ये मतलब उनकी विचारधारा थी। उनका कहता थे, वो काशीराम जी कहते थे कि अगर हम जिनसे संघर्ष कर रहे हैं, जिनसे हम लड़ाई कर रहे हैं, अगर हम उनसे समझौता कर लेंगे तो हम तो जंग हार गए, हमको तो जीतनी है। तो मायावती ने क्या किया? बहुजन से सर्वजन कर दिया। बहुजन जो वर्ड था, बहुजन वर्ड उसने हटा दिया। नाम जरूर रखा है बहुजन समाज पार्टी, पर उसने बहुजन को सर्वजन में चेंज कर दिया। मतलब जिनसे हम संघर्ष कर रहे हैं, जिनकी हम गुलामी कर रहे हैं, उन्हीं को बागडोर पकड़ा दी मायावती ने। सबसे इंपॉर्टेंट बात थी। तो मैं ये कहना चाहता हूं, जो संस्थापक है, जिन्होंने ये पार्टी के अंदर दिलो दिमाग से उस पौधे को सींचा है, पानी दिया है और उसको एक मुकाम के ऊपर लेकर गए हैं। जैसे ही काशीराम जी का देहांत हो गया, जैसे ही काशीराम जी चले गए, उन्होंने, क्योंकि वो काशीराम जी का एक सपना था, उनकी विचारधारा खड़ी हुई थी, तो उस विचारधारा को मायावती ने खत्म कर दिया। उन्होंने उन लोगों को उसके अंदर लेकर आ गए जो कि हम जिनसे लड़ाई कर रहे थे, जिनसे हम बगावत कर रहे थे, जिनसे हम चाहते थे कि राज हमारे हाथ में आए, जब उन्हीं को साथ में ले आए तो उनको मौका मिल गया, उन्होंने मायावती को अलग कर दिया और अपनी नीतियां चलानी शुरू कर दी और बहुजन समाज पार्टी को हाईजैक कर दिया धीरे धीरे। क्योंकि कोई भी चीज एकदम खत्म नहीं होती है, उसके लिए टाइम लगता है। जी जी। धीरे धीरे इसी तरीके से जो पीक के ऊपर थी वो एक 0 पे हो गई है, तो हम वहां पर पहुंच गए हैं। तो हमें इस वक्त विकल्प बनने की जरूरत है। जैसे अश्विनी जी ने कहा, हम उनकी बात का समर्थन करते हैं, हम विकल्प बनने को तैयार है, हम विकल्प बनेंगे और अपने समाज को जो धरातल पे आया उसको उसी ऊंचाई पर ले जाने की हम कोशिश करेंगे। हमें किसी पोस्ट की लालसा नहीं है, हमें किसी पद की जरूरत नहीं है। हमें जरूरत है कि कल को आने वाली पीढ़ी हमें गालियां ना दे, हमें ये ना कहे कि हमारे बुजुर्गों ने हमारे लिए क्या किया है। अगर हम यहाँ पर आज बोल रहे हैं तो हम उन महानुभाव, वो बुजुर्ग हैं, डॉक्टर अंबेडकर जी, बाबू मंगूराम जी, मान्यवर काशीराम जी, पेरियर साहब, जितने भी रेवोल्यूशनरी हुए हैं, उन्होंने, फुल्ले जी, समाज को उठाया है, समाज को ऊपर लेकर आए हैं, उनकी बदौलत हम बोल रहे हैं। पर जो पोजीशन आ जा रही है, ऐसे लगता है कि हम फिर वहीं पर जाने वाले हैं जहां से हम निकले थे। तो हम नहीं चाहते कि हमारे आने वाले बच्चे हमें धिक्कारें, हमें कहें, इसलिए हम काम करना चाहते हैं। तो हम विकल्प बनेंगे। क्योंकि देखो जेडी भी मूवमेंट चल रही है वो कांशी रेडियो तो ही स्टार्ट हुई है, जिन्नी अभी हुई है। जिस वेले तुगलकाबाद दे विच मंदिर अपना कराया गया,
ਉਹ ਵੀ ਕਾਂਸ਼ੀ ਰੇਡੀਓ ਤੋਂ ਸਟਾਰਟ ਹੋਇਆ। ਔਰ ਜੋ ਮੰਦਿਰ ਦੇ ਉੱਤੇ ਬਗਾਵਤ ਕਰਨ ਵਾਲੇ ਲੋਕ ਸੀਗੇ, ਸਾਰੀਆਂ ਗੱਲਾਂ ਇਹਦੇ ਉੱਤੇ ਡਿਸਕਸ ਹੋਈਆਂ। ਪੰਜਾਬ ਦੇ ਵਿੱਚ ਸਿੰਗਾਰਾ ਰਾਮ ਸੋਂਗੜਾ ਉੱਥੇ ਵੀ ਉਸੇ ਗੱਲਬਾਤ ਵੇਲੇ, ਹੋਈ। ਜਿਸ ਵੇਲੇ ਮੰਦਿਰ ਢਾਇਆ ਗਿਆ ਸੀਗਾ, ਉਸੇ ਵੇਲੇ ਉਹਨਾਂ ਨੇ ਇੱਕ ਸਪੀਚ ਦਿੱਤੀ ਸੀ ਨਵੇਂ ਸ਼ਹਿਰ ਦੇ ਵਿੱਚ, ਤਾਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰ ਦਿੱਤਾ ਗਿਆ। ਉਹਨਾਂ ਦਾ ਜਦੋਂ ਕਿ ਸ਼ੂਗਰ ਬਹੁਤ ਹਾਈ ਲੈਵਲ ਚੱਲ ਰਿਹਾ ਸੀਗਾ, ਪਰ ਸਾਡੇ ਸਮਾਜ ਦੇ ਉੱਤੇ ਕੋਈ ਰਹਿਮ ਕਰਨੇ ਵਾਲਾ ਨਹੀਂ ਹੈ। ਸਾਡੇ ਸਮਾਜ ਨੂੰ ਲੀਡਰ ਇਸ ਵੇਲੇ ਨਹੀਂ ਹੈ। ਸਾਡੇ ਸਮਾਜ ਦੇ ਕੋਲ ਇਸ ਵੇਲੇ ਕੁਝ ਨਹੀਂ ਹੈ। ਜੇ ਕੁਝ ਸੀਗਾ ਉਹ ਖਤਮ ਕਰ ਦਿੱਤਾ। ਜੇ ਹੁਣ ਤੁਸੀਂ ਕਹੋ ਕਿ ਮਾਇਆਵਤੀ ਦੁਬਾਰਾ ਕਰ ਦੇਵੇ, ਉਹ ਠੀਕ ਰਿਵਾਈਵ ਕਰ ਦੇਵੇ, ਇਹ ਤੁਸੀਂ ਜਾਣਦੇ ਹੋਗੇ ਕਿ ਐਂਟੀਬਾਇਓਟਿਕ ਦਿੱਤੀ ਜਾਂਦੀ ਹੈਗੀ ਹੈ। ਜਦੋਂ ਬੰਦਾ ਬਿਲਕੁਲ ਧੁਰਾਂ ਤੇ ਪਹੁੰਚ ਜਾਂਦਾ ਹੈਗਾ, ਐਂਟੀਬਾਇਓਟਿਕ ਵੀ ਕੰਮ ਨਹੀਂ ਕਰਦੀ। ਹੁਣ ਐਂਟੀਬਾਇਓਟਿਕ ਵੀ ਖਤਮ ਹੋ ਚੁੱਕੀ ਹੈਗੀ ਹੈ, ਕਿਉਂਕਿ ਜੇ ਥੋੜੀ ਬਹੁਤ ਸਾਹ ਸੀਗੇ ਉਹ ਜ਼ੀਰੋ ਤੇ ਆ ਗਏ ਹੈਗੇ। ਤੇ ਜਦੋਂ ਜ਼ੀਰੋ ਤੇ ਆ ਗਿਆ ਹੈ ਤਾਂ ਉਹਦਾ ਵਿਕਲਪ ਸਾਨੂੰ ਲੱਭਣਾ ਪਏਗਾ, ਔਰ ਅਸੀਂ ਉਹਦੇ ਉੱਤੇ ਗੱਲ ਕਰ ਰਹੇ ਹਾਂ ਔਰ ਉਹਦੇ ਉੱਤੇ ਵਿਚਾਰ ਕਰ ਰਹੇ ਹਾਂ। ਉਹ ਕਾਂਸ਼ੀ ਰੇਡੀਓ ਹੀ ਹਮੇਸ਼ਾ ਅਗਰਨੀ ਰਹੇਗਾ ਔਰ ਇਸ ਦੇ ਉੱਤੇ ਅਸੀਂ ਵਿਚਾਰ ਕਰਦੇ ਰਹਾਂਗੇ। ਇਹ ਮੈਂ ਸਾਰੇ ਸਮਾਜ ਨੂੰ ਦੱਸਣਾ ਚਾਹੁੰਦਾ। ਸਾਡਾ ਜਿਹੜਾ ਵਿਸ਼ਾ ਸੀਗਾ, ਸਿਰਫ ਇੱਕੋ ਹੀ ਵਿਸ਼ਾ ਸੀਗਾ ਕਿ ਬਹੁਜਨ ਸਮਾਜ ਪਾਰਟੀ। ਬਹੁਜਨ ਸਮਾਜ ਪਾਰਟੀ ਇੱਕ ਉੱਪਰ ਪਹੁੰਚ ਕੇ ਥੱਲੇ ਕਿਉਂ ਆ ਗਈ? ਸਾਡਾ ਸਮਾਜ ਉਹਦੇ ਨਾਲ ਕਨੈਕਟਡ ਹੈਗਾ, ਕਿਉਂਕਿ ਬਹੁਜਨ ਜਿਹੜਾ ਹੈਗਾ ਉਹ ਸਾਰਿਆਂ ਦਾ ਹੈਗਾ। ਅਸੀਂ ਇੱਕ ਹਾਈਟ ਤੇ ਪਹੁੰਚਣ ਤੋਂ ਬਾਅਦ ਅਸੀਂ ਡਾਊਨ ਕਿਉਂ ਹੋਏ? ਉਹਦੇ ਕੀ ਕਾਰਨ ਸਨ? ਅਸੀਂ ਜੋ ਵੀ ਕੰਮ ਕਰਨਾ ਹੈਗਾ, ਅਸੀਂ ਉਸ ਕਾਰਨਾਂ ਨੂੰ ਲੱਭਣ ਦੇ ਲਈ ਅੱਜ ਦੀ ਡਿਸਕਸ਼ਨ ਅਸੀਂ ਕੀਤੀ ਹੈ। ਔਰ ਸਾਡੀ ਇਹੀ ਕੋਸ਼ਿਸ਼ ਹੈਗੀ ਹੈ ਕਿ ਜਿਸ ਕਰਕੇ ਸਾਡੇ ਸਮਾਜ ਨੇ ਸਾਥ ਛੱਡ ਦਿੱਤਾ, ਆਪਣਾ ਸਾਥ ਛੱਡ ਦਿੱਤਾ, ਹਰ ਇੱਕ ਦਾ ਸਾਥ ਛੱਡ ਦਿੱਤਾ। ਔਰ ਯੂਪੀ ਦੇ ਵਿੱਚ ਸਿਰਫ 12% ਸਮਾਜ ਜਿਹੜਾ, ਜਿੱਥੇ ਕਿੰਨੀ ਦਫਾ ਉੱਥੇ ਮਾਇਆਵਤੀ ਨੇ ਆਪਣਾ ਪਰਚਮ ਲਹਿਰਾਇਆ ਹੈਗਾ, ਹਰ ਜਗ੍ਹਾ ਮਾਇਆਵਤੀ ਮਾਇਆਵਤੀ ਕਾਂਸ਼ੀ ਰਾਮ ਹੁੰਦਾ ਸੀ, ਉੱਥੇ 12% ਸਮਾਜ ਰਹਿ ਗਿਆ। ਔਰ ਜਿੱਥੇ ਪੰਜਾਬ ਦੇ ਵਿੱਚ, ਜਿੱਥੇ ਮਤਲਬ ਇੱਕ ਕਿਸਮ ਦਾ ਜਿੱਥੋਂ ਸਟਾਰਟ ਹੋਇਆ ਸੀਗਾ DS4 ਦੇ ਨਾਂ ਤੋਂ ਕਾਂਸ਼ੀ ਰਾਮ ਦੀ ਮੁਹਿੰਮ ਨੂੰ, ਉਹ ਉੱਥੇ ਵੀ ਸਮਾਜ ਜਿਹੜਾ ਖਤਮ ਹੋ ਗਿਆ। ਨਵੇਂ ਸ਼ਹਿਰ ਦੀ ਇੱਕ ਸੀਟ ਜਿੱਤੀ ਹੈਗੀ ਹੈ, ਮਤਲਬ ਸਾਡਾ ਸਮਾਜ ਟੁੱਟਿਆ ਹੀ ਹੈ ਨਾ। ਸਾਡੀ ਕੋਸ਼ਿਸ਼ ਹੈਗੀ ਹੈ, ਜਿੱਦਾਂ ਹੁਣ ਗੁਰੂ ਜੀ ਕਹਿ ਰਹੇ ਸੀਗੇ ਕਿ ਆਪਣੇ ਬਾਰੇ ਕਿਉਂ ਨਹੀਂ ਗੱਲ ਕਰ ਰਹੇ, ਅਸੀਂ ਆਪਣੇ ਬਾਰੇ ਹੀ ਗੱਲ ਕਰ ਰਹੇ ਹਾਂ। ਜਦੋਂ ਅਸੀਂ ਇਕੱਠੇ ਹੋ ਜਾਵਾਂਗੇ, ਇਕੱਠੇ ਹੋ ਕੇ ਅਸੀਂ ਅੱਗੇ ਦੀ ਮੁਹਿੰਮ ਦੇ ਵਿੱਚ ਚੱਲਾਂਗੇ, ਸਾਡੇ ਕੋਲ ਉਹ ਪੋਜੀਸ਼ਨ ਹੋਏਗੀ, ਤਾਂ ਅਸੀਂ ਆਪਣੇ ਸਮਾਜ ਦੇ ਲਈ ਹੀ ਗੱਲ ਕਰਨੀ ਹੈ। ਅਜੇ ਤਾਂ ਸਾਡੇ ਕੋਲ ਕੁਝ ਵੀ ਨਹੀਂ ਹੈ। ਜੇ ਕੁਝ ਥੋੜਾ ਬਹੁਤ ਸੀਗਾ ਉਹ ਵੀ ਖਤਮ ਹੋ ਗਿਆ, ਤਾਂ ਅਸੀਂ ਆਪਣੇ ਹੀ ਸਮਾਜ ਨੂੰ ਉੱਪਰ ਉਠਾ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਬਾਗਡੋਰ ਹੈ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਆਣ ਔਰ ਸਾਡਾ ਹੀ ਸਮਾਜ ਜਿਹੜਾ ਹੈਗਾ ਉਹਦੇ ਫੈਸਲੇ ਕਰਨ। ਸਾਡਾ ਮੇਨ ਮਕਸਦ ਇਹੀ ਹੈ ਅੱਜ ਦੀ ਡਿਸਕਸ਼ਨ ਦਾ। ਤਾਂ ਮੈਂ ਜਿੰਨੀ ਵੀ ਸੰਗਤ ਇਸ ਵੇਲੇ ਫੇਸਬੁੱਕ ਰਾਹੀਂ, ਜ਼ੂਮ ਰਾਹੀਂ, ਸਾਰੇ ਵਰਲਡ ਵਾਈਡ ਜੁੜੀ ਹੋਈ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਕੋਈ ਵੀ ਕੁਐਸਚਨ ਹੋਵੇ ਤੁਸੀਂ ਸਾਨੂੰ ਫਾਰਵਰਡ ਕਰ ਸਕਦੇ ਹੋ, ਸਾਨੂੰ ਭੇਜ ਸਕਦੇ ਹੋ, ਸਾਡੇ ਕੋਲ ਪਹੁੰਚ ਜਾਣਗੇ। ਭਾਵੇਂ ਬਾਅਦ ਦੇ ਵਿੱਚ ਭੇਜੋ, ਅਸੀਂ ਇਸ ਤੋਂ ਬਾਅਦ ਫਿਰ ਅਸੀਂ ਦੂਸਰਾ ਟੌਪਿਕ ਲੈ ਕੇ ਆਵਾਂਗੇ। ਟੌਪਿਕ ਤਾਂ ਹੈ, ਪਰ ਅਜੇ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਅਸੀਂ JK ਸਾਹਿਬ ਦੇ ਨਾਲ ਮਿਲ ਕੇ ਸਾਰਿਆਂ ਨਾਲ ਗੱਲ ਕਰਕੇ ਅਸੀਂ ਟੌਪਿਕ ਲਿਆਵਾਂਗੇ ਕਿ ਸਾਡੇ ਸਮਾਜ ਦੇ ਜੇ ਨੇਤਾ ਨਹੀਂ ਹੈ, ਸਾਡੇ ਸਮਾਜ ਦਾ ਜੇ ਕੋਈ ਚਿਹਰਾ ਨਹੀਂ ਹੈ, ਤਾਂ ਉਸ ਚਿਹਰੇ ਨੂੰ ਅਸੀਂ ਕਿਸ ਤਰੀਕੇ ਨਾਲ ਅਸੀਂ ਲਿਆ ਸਕਦੇ ਹਾਂ ਸਮਾਜ ਦੇ ਵਿੱਚ, ਔਰ ਕਿੱਦਾਂ ਆਪਣੇ ਸਮਾਜ ਦਾ ਅਸੀਂ ਭਲਾ ਕਰ ਸਕਦੇ ਹਾਂ। ਇਹੀ ਸਾਡਾ ਡਿਸਕਸ਼ਨ ਹੈ, ਇਹਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਜੈ ਗੁਰਦੇਵ, ਧੰਨ ਗੁਰੂ।